ਜਾਏ ਸੁਤੇ ਜੀਰਾਣਾ ਹੰਪੀ ਵੰਨਾ ਡੂਮਣੀ ਰੋਵਾ ਝਿਣੀ ਬਾਣਾ। ਸੱਜਣ ਮੇਰੇ ਜਿਹੜੇ ਮੇਰੇ ਰੰਗਲੇ ਸੱਜਣ ਸਨ, ਜਾਏ ਸੁੱਤੇ ਜੀਰਾਨ, ਜੀਰਾਨ ਕਹਿੰਦੇ ਕਬਰਸਤਾਨ। ਕਬਰਸਤਾਨਾਂ ਵਿੱਚ ਜਾ ਕਰਕੇ ਉਹ ਸੌਂਗੇ। ਉਹਨਾਂ ਗੋਰਾਂ ਦੇ ਵਿੱਚ ਉਹਨਾਂ ਦਾ ਵਾਸਾ ਹੋ ਗਿਆ। ਜਾਏ ਸੁੱਤੇ ਜੀਰਾਨ, ਜਿਹੜੀ ਨੀਂਦ ਉਹ ਸੁੱਤੇ ਮੁੜ ਕੇ ਉਹਨਾਂ ਉੱਠਣਾ ਨਹੀਂ। ਇਸ ਲਈ ਬੜੇ ਆਸੇ ਮਿੱਤਰ ਸੱਜਣ ਕੋਣਗੇ ਜਿਹੜੇ ਸਾਡੇ ਮੋਢਿਆਂ ਤੇ ਗਏ ਆ। ਮੋਢਿਆਂ ਤੇ ਉਹਨਾਂ ਨੂੰ ਚੁੱਕ ਕੇ ਲੈ ਕੇ ਗਏ, ਪਰ ਅੱਖਾਂ ਨਹੀਂ ਸਾਡੀਆਂ ਖੁੱਲੀਆਂ ਵੀ ਅਸੀਂ ਵੀ ਜਾਣਾ ਹੈ। ਇਹੀ ਸੋਚਿਆ ਵੀ ਸ਼ਾਇਦ ਇਹਦੀ ਵਾਰੀ ਹੈ, ਫਿਰ ਅਗਲੇ ਦੀ ਵਾਰੀ ਹੈ। ਪਤਾ ਨਹੀਂ ਕਿੰਨੇ ਕੁ ਸੱਜਣ ਚਲੇ ਗਏ। ਇੱਕ ਅੱਧੇ ਦੀ ਗੱਲ ਕੀ ਹੈ। ਜਿਹੜੇ ਬਹੁਤ ਪਿਆਰ ਕਰਨ ਵਾਲੇ ਸਨ, ਜਿਨ੍ਹਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ, ਹਰੇਕ ਗੱਲ ਜਿਨ੍ਹਾਂ ਨਾਲ ਸ਼ੇਅਰ ਕਰਦਾ ਸੀ। ਘਰ ਦੀ ਵੀ ਬਾਹਰ ਦੀ ਵੀ ਹਰੇਕ ਗੱਲ ਆਪਣੇ ਮਿੱਤਰ ਨਾਲ ਸੱਜਣ ਨਾਲ ਸ਼ੇਅਰ ਕਰਦੇ ਹਨ, ਜਿਹੜੇ ਨਜ਼ਦੀਕੀ ਹੁੰਦੇ ਆ। ਸਤਿਗੁਰੂ ਜੀ ਕਹਿੰਦੇ ਉਹ ਰੰਗਲੇ ਸੱਜਣ ਚਲੇ ਗਏ ਤੇ ਕਬਰਸਤਾਨ ਵਿੱਚ ਜਾ ਕੇ ਲੇਟ ਗਏ। ਮੁੜ ਕੇ ਦੁਬਾਰਾ ਉਹਨਾਂ ਉੱਠਣਾ ਨਹੀਂ। ਜਿਹਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਇੱਟ ਸਿਰਾਣੇ ਭੋਏ ਸਵਨ, ਕੀੜਾ ਲੜਿਓ ਮਾਸ, ਇਤਣਿਆਂ ਜੁਗ ਵਾਪਰੇ ਇਕਤ ਪਿਆ ਪਾਸ। ਕਿ ਇੱਕ ਦਿਨ ਤੈਨੂੰ ਚੁੱਕ ਕੇ ਲੈ ਜਾਣਾ, ਉਸ ਦਿਨ ਤੇਰੇ ਸਿਰਾਣੇ ਦੇ ਥੱਲੇ ਕੋਈ ਮਖਮਲੀ ਸਿਰਾਣਾ ਨਹੀਂ ਕੋਣਾ। ਉਸ ਦਿਨ ਵਿਛਾਉਣਾ ਕੋਈ ਮਖਮਲੀ ਨਹੀਂ ਕੋਣਾ। ਉਸ ਦਿਨ ਇੱਟ ਦਾ ਸਿਰਾਣਾ ਲਾ ਕੇ ਰੱਖਣਾ ਹੈ ਉਹਨਾਂ, ਤੇ ਜਿਹੜੀ ਗੋਰਗ ਹੈ ਉਹਦੇ ਵਿੱਚ ਕੋਈ ਵਿਛਾਉਣਾ ਨਹੀਂ। ਪੁੰਜੇ ਕੀ ਤੈਨੂੰ ਲੰਮਾ ਪਾ ਦੇ। ਜਿਹੜਾ ਤੂੰ ਲੋਕਾਂ ਨਾਲ ਲੜਦਾ, ਨੌਕਰਾਂ ਨੂੰ ਗਾਲੀ ਗਲੋਚ ਕਰਦਾ, ਮਾਰਦਾ ਪਿੱਟਦਾ ਨਾ, ਕਿ ਰਾਤ ਚਾਦਰ ਵਿੱਚ ਵੱਟ ਰਹਿ ਗਿਆ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਉਦਣ ਹਜ਼ਾਰਾਂ ਕੀੜੇ ਆ ਕੇ ਤੈਨੂੰ ਡੰਗ ਮਾਰਨਗੇ, ਉਦਣ ਉੱਠ ਕੇ ਕੀ ਕਰੇਗਾ? ਕਿਉਂਕਿ ਸਰੀਰ ਚੋਂ ਤਾਕਤ ਹੀ ਨਹੀਂ, ਜਾਨ ਹੀ ਨਹੀਂ, ਉੱਠਿਆ ਹੀ ਨਹੀਂ ਜਾਣਾ। ਇਸ ਲਈ ਜਿਉਂਦਿਆਂ ਜੀ ਅਸੀਂ ਕਰਤਾਰ ਨਾਲ ਜੁੜ ਸਕਦੇ ਹਾਂ। ਮਰਨ ਤੋਂ ਬਾਅਦ ਤੇ ਫਿਰ ਜਾਂ ਕਾ ਵਾਸਾ ਗੋਰ ਮੈਂ, ਸਾਡਾ ਵਾਸਾ ਫਿਰ ਗੋਰ ਵਿੱਚ ਹੋ ਜਾਣਾ, ਮੜੀ ਵਿੱਚ ਹੋ ਜਾਣਾ। ਮੁਸਲਮਾਨ ਵੀਰ ਦਫਨਾਉਂਦੇ ਉਹ ਤਾਂ ਕਰਕੇ ਗੋਰ ਦਾ ਜ਼ਿਕਰ ਕਰਦੇ ਆ। ਸਾਡੇ ਵਾਲੇ ਭਵੇਂ ਸਾੜਦੇ ਨੇ, ਜਾਣਾ ਤੇ ਅਸੀਂ ਵੀ ਸ਼ਮਸ਼ਾਨ ਘਾਟ ਹੀ ਹੈ ਨਾ, ਘਰ ਥੋੜਾ ਕਿਸੇ ਰੱਖ ਲੈਣ, ਔਰ ਨਾ ਹੀ ਅਸੀਂ ਘਰ ਰਹਿਣ। ਮਰਨ ਤੋਂ ਬਾਅਦ ਸਾਰਿਆਂ ਦਾ ਟਿਕਾਣਾ ਉਹ ਹੈ। ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਗੋਰ ਨਮਾਣੀ ਛੱਡ ਕਰੈ ਨ ਘਰਿਆ ਘਰ ਆਓ। ਗੋਰ ਕਹਿੰਦੀ ਤੇਰਾ ਅਸਲ ਘਰ ਹੀ ਇਹ ਹੈ, ਸ਼ਮਸ਼ਾਨ ਘਾਟ। ਜਿਹੜੇ ਘਰ ਨੂੰ ਤੂੰ ਆਪਣਾ ਘਰ ਕਹਿੰਦਾ ਹੈ, ਉਹ ਘਰ ਤੇਰਾ ਆਪਣਾ ਘਰ ਨਹੀਂ। ਕਿਉਂਕਿ ਜਿਸ ਦਿਨ ਤੂੰ ਮਰ ਜਾਣਾ ਹੈ ਨਾ, ਉਸ ਦਿਨ ਤੈਨੂੰ ਆਪਣੇ ਘਰ ਵਾਲਿਆਂ ਨੇ, ਜਿਹੜਾ ਤੂੰ ਖੁਦ ਰੁਪਈਆ ਪੈਸਾ ਕਮਾ ਕੇ ਬਣਾਇਆ ਹੋਵੇਗਾ, ਜਿਹੜਾ ਤੂੰ ਖੁਦ ਖੂਨ ਪਸੀਨੇ ਦੀ ਕਮਾਈ ਕਰਕੇ ਜਾਂ ਫਿਰ ਠੱਗੀਆਂ ਚੋਰੀਆਂ ਕਰਕੇ ਕਿਸੇ ਵੀ ਤਰੀਕੇ ਨਾਲ ਬਣਾਇਆ ਘਰ ਹੈ ਜੋ ਤੇਰਾ, ਸੱਚ ਜਾਣੀ ਉਸ ਦਿਨ ਉਸ ਘਰ ਵਾਲਿਆਂ ਨੇ ਤੈਨੂੰ ਆਪਣੇ ਘਰ ਨਹੀਂ ਜੇ ਰੱਖਣਾ।
ਜਿੱਡੀ ਮਰਜ਼ੀ ਕੋਠੀ ਤੇ ਮਹੱਲ ਹੋਣ, ਜਿੱਡਾ ਮਰਜ਼ੀ ਜ਼ਮੀਨ ਜਾਇਦਾਦ ਆਪਣੇ ਕੋਲ ਹੋਵੇ, ਕਿੱਲੇ ਹੋਣ, ਪੈਲੀ, ਪਰ ਇੱਕੋ ਗੱਲ ਹੈ ਕਿ ਸਾਰਿਆਂ ਦਾ ਜਨਾਜ਼ਾ ਜਿੱਦਣ ਉੱਠਣਾ ਹੈ, ਉਸ ਦਿਨ ਇਸ ਗੋਰ ਨੇ, ਇਸ ਮੜੀ ਨੇ ਆਪਣੇ ਘਰ ਵਿੱਚ ਤੈਨੂੰ ਥਾਂ ਦੇਣੀ, ਕਿਉਂਕਿ ਘਰ ਵਾਲਿਆਂ ਨੇ ਤੈਨੂੰ ਥਾਂ ਨਹੀਂ ਦੇਣੀ। ਫਰੀਦਾ ਗੋਰ ਨਮਾਣੀ ਛੱਡ ਕਰੈ ਨਕਰਿਆ ਘਰ ਆਓ, ਆ ਤੇਰਾ ਅਸਲ ਘਰ ਹੈ। ਤੇ ਇਸ ਅਸਲ ਘਰ ਤੋਂ ਡਰਦਾ ਫਿਰਦਾ ਜਦੋਂ ਕੋਲੋਂ ਦੀ ਲੰਘਦਾ। ਸ਼ਮਸ਼ਾਨ ਘਾਟ ਦੇ ਕੋਲੋਂ ਦੀ ਲੰਘਦਾ ਬੰਦਾ ਤੇ ਡਰ ਕੇ ਲੰਘਦਾ। ਸਿਆਣੇ ਜਿਹੜੇ ਬਜ਼ੁਰਗ ਨੇ ਨਾ, ਪਤਾ ਨਹੀਂ ਕੀ ਉਹਨਾਂ ਦੇ ਮਨ ਚ ਵਹਿਮ, ਉਹ ਕਹਿਣਗੇ ਵੀ ਜੇ ਸੈਂਟ ਲੱਗਾ ਹੋਵੇ ਨਾ ਕੱਪੜਿਆਂ ਨੂੰ, ਵੀ ਇਧਰ ਖੁਸ਼ਬੂ ਵਾਲੀ ਚੀਜ਼ ਲੈ ਕੇ ਨਾ ਇਧਰੋਂ ਜਾਇਓ, ਵੀ ਮਨੌਤ ਬਣਾਈ ਇੱਕ ਉਹਨਾਂ ਨੇ ਵੀ ਕੋਈ ਚਿੰਬੜ ਦੇਗਾ, ਉੱਥੇ ਕੌਣ ਬੈਠਾ। ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਆ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਜਿਹੜੇ ਮਰ ਗਏ ਉਹਨਾਂ ਦਾ ਕੀ ਪਤਾ ਉਹ ਕਿੱਥੇ ਨੇ, ਉਹਨਾਂ ਇਸ ਟਾਈਮ ਕਿੱਥੇ ਚਲੇ ਗਏ, ਪਰ ਉਹਨਾਂ ਨੂੰ ਇਹ ਲੱਗਦਾ ਵੀ ਸ਼ਮਸ਼ਾਨ ਘਾਟ ਜੀ ਕਿਤੇ ਬੈਠੇ ਆ ਭੂਤ ਬਣ ਕੇ। ਨਾ ਨਾ, ਉਹ ਫਿਰ ਕਈ ਜਨਮ ਪਏ, ਕੀਟ ਪਤੰਗਾ ਫਿਰ ਚੱਕਰ ਅੱਗੇ ਚੱਲ ਪੈਂਦਾ। ਸੋ ਖੈਰ ਬਾਤ ਜੋ ਕਰ ਰਹੇ ਆ, ਗੁਰੂ ਸਾਹਿਬ ਕਹਿ ਰਹੇ, ਸੱਜਣ ਮੇਰੇ ਰੰਗਲੇ ਜਾਏ ਸੁੱਤੇ, ਜੀਰਾਨ ਕਬਰਸਤਾਨ ਵਿੱਚ ਜਾ ਕੇ ਸੌਂ ਗਏ। ਰੰਗਲੇ ਸੱਜਣ ਇੱਕ ਅੱਧਾ ਨਹੀਂ, ਪਤਾ ਨਹੀਂ ਕਿੰਨਿਆਂ ਕੁ ਨੂੰ ਚੁੱਕ ਕੇ ਮੋਢਿਆਂ ਤੇ ਜਾ ਕੇ ਛੱਡ ਕੇ ਆਏ ਆ, ਅੱਗ ਲਾ ਕੇ ਆਏ ਆ। ਹੱਥੀ ਕਾਰਜ ਕੀਤਾ, ਲੱਕੜਾਂ ਉਹਦੀਆਂ ਤੋਲ ਕੇ ਸਭ ਕੁਝ ਆਪਣੇ ਹੱਥੀ ਕੀਤਾ ਹੈ। ਉਹਦੇ ਅੰਗੀਠੇ ਨੂੰ ਚੁੱਕਣ ਤੱਕ ਦਾ ਜੋ ਕੰਮ ਹੈ ਉਹ ਅਸੀਂ ਆਪ ਆਪਣੇ ਹੱਥੀ ਕੀਤਾ ਹੈ। ਸਵਾਹ ਬਣਦਾ ਅਸੀਂ ਬੰਦੇ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ, ਉਸੇ ਸਵਾਹ ਨੂੰ ਆਪਣੇ ਹੱਥਾਂ ਨਾਲ ਇਕੱਠਾ ਕੀਤਾ ਹੈ। ਉਸੇ ਸਵਾਹ ਨੂੰ ਜਲ ਪ੍ਰਵਾਹ ਆਪਣੇ ਹੱਥਾਂ ਨਾਲ ਕੀਤਾ ਹੈ। ਪਰ ਇੰਨਾ ਕੁਝ ਵੇਖ ਕੇ ਵੀ ਸਾਨੂੰ ਅਕਲ ਨਹੀਂ ਆਈ, ਇੰਨਾ ਕੁਝ ਵੇਖ ਕੇ ਵੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਇੱਕ ਦਿਨ ਅਸੀਂ ਵੀ ਸਵਾਹ ਹੋ ਜਾਵਾਂਗੇ, ਇੱਕ ਦਿਨ ਅਸੀਂ ਵੀ ਸਵਾਹ ਹੋਣਾ ਹੈ। ਇਸ ਲਈ ਸਾਹਿਬ ਸੱਚੇ ਪਾਤਸ਼ਾਹ ਸਮਝਾਉਂਦੇ, ਬਾਬਾ ਫਰੀਦ ਸਾਹਿਬ ਕਹਿੰਦੇ, ਕਿਉਂ ਡਰਦਾ ਮੇਰੇ ਤੋਂ? ਗੋਰ ਕਹਿੰਦੀ, ਫਰੀਦਾ ਗੋਰ ਨਮਾਣੀ ਛੱਡ ਕਰੈ ਨਕਰਿਆ ਘਰ ਆਓ। ਜਿੱਦਣ ਘਰ ਵਾਲਿਆਂ ਨੇ ਤੈਨੂੰ ਘਰ ਨਾ ਰੱਖਿਆ, ਧੱਕੇ ਮਾਰ ਕੇ ਬਾਹਰ ਕੱਢ ਦੇਣਾ। ਧੱਕੇ ਮਾਰ ਕੇ ਬਾਹਰ ਕੱਢਣਾ ਹੁੰਦਾ ਨਾ, ਜਦੋਂ ਅਗਲਾ ਕਹਿੰਦਾ ਵੀ ਇਹ ਤੇ ਗੁਣ ਸਮੈਲ ਨਾ ਮਾਰ ਜੇ, ਛੇਤੀ ਬਾਹਰ ਲੈ ਜਾਓ, ਛੇਤੀ ਲੈ ਜਾਓ। ਤੇ ਕਈ ਵਾਰੀ ਹਸਪੀਟਲ ਚੋਂ ਆਇਆ ਕੋਈ ਬੰਦਾ ਘਰ ਵੀ ਨਹੀਂ ਵਾੜਦੇ। ਆ ਕਰੋਨਾ ਕਾਲ ਚ ਬੜਾ ਕੁਝ ਏਦਾਂ ਹੋਇਆ, ਅਗਲੇ ਬਾਹਰ ਹੱਥ ਵੀ ਨਹੀਂ ਸੀ ਲਾਣ ਦਿੰਦੇ, ਅਗਲੇ ਲਾਣ ਦਿੰਦੇ ਸੀ ਹੱਥ, ਬਾਡੀ ਨੂੰ, ਸਰੀਰ ਨੂੰ। ਇਦਾਂ ਹੀ ਬਾਹਰ ਦੀ ਬਾਹਰ ਲੈ ਕੇ ਆਏ ਤੇ ਕੰਮ ਤਮਾਮ ਖਤਮ ਕਰ ਦਿੱਤਾ। ਘਰਦਿਆਂ ਨੂੰ ਮੂੰਹ ਵੀ ਅਗਲਿਆਂ ਨੇ ਵੇਖਣ ਨਹੀਂ ਦਿੱਤਾ ਕਈਆਂ ਨੂੰ। ਤੇ ਸੋ ਇਸ ਕਰਕੇ ਉਹ ਗੋਰ ਕਹਿੰਦੀ, ਜਿੱਦਣ ਘਰਦਿਆਂ ਨੇ ਤੈਨੂੰ ਧੱਕੇ ਮਾਰ ਕੇ ਕੱਢਣਾ, ਉਦਣ ਆਹੀ ਤੇਰਾ ਅਸਲ ਘਰ ਬਣਨਾ ਹੈ। ਗੋਰ ਨਮਾਣੀ ਛੱਡ ਕਰੈ ਨਕਰਿਆ ਘਰ ਆਓ, ਸਰ ਪਰ ਮੈਥੇ ਆਵਨਾ ਮਰਨੋ ਨਾ ਡਰਿਆਓ। ਕਹਿੰਦੇ ਹਨ ਤੂੰ ਮਰ ਕੇ ਫਿਰ ਮੇਰੇ ਕੋਲ ਆਉਣਾ ਹੈ, ਤੇ ਮੇਰੇ ਤੋਂ ਡਰਦਾ ਕਾਹਤੋਂ? ਕਿਉਂ ਤੇਰੇ ਅੰਦਰ ਇਹ ਡਰ ਹੈ? ਇਸ ਡਰ ਨੂੰ ਬਾਹਰ ਕੱਢ, ਇੱਥੇ ਆਉਣਾ ਹੈ। ਕਿਉਂਕਿ ਵਕਤ ਸਾਡੇ ਕੋਲ ਆਹੀ ਹੈ। ਇਸ ਵਕਤ ਦੇ ਅੰਦਰ ਹੀ ਅਸੀਂ ਕਰਤਾਰ ਨਾਲ, ਪ੍ਰਮਾਤਮਾ ਨਾਲ ਜੁੜ ਸਕਦੇ ਹਾਂ। ਜੋ ਰਹਾਉ ਦਾ ਬੰਦ ਨਾ, ਦਿਨ ਥੋੜੜੇ ਥੱਕੇ, ਥੋੜੇ ਹੀ ਦਿਨ ਨੇ ਸਾਡੇ ਕੋਲ। ਭਇਆ ਪੁਰਾਣਾ ਚੋਲਾ, ਤੇ ਉਹ ਥੋੜੇ ਦਿਨ ਮੈਂ ਪਰਸੋਂ ਜ਼ਿਕਰ ਕੀਤਾ ਸੀ ਵੀ ਥੋੜੇ ਦਿਨਾਂ ਦਾ ਪਤਾ ਨਹੀਂ, ਵੀ ਇੱਕ ਦਿਨ, 2 ਦਿਨ, ਮਹੀਨਾ, 2 ਸਾਲ, 10 ਸਾਲ ਨਹੀਂ ਪਤਾ। ਇੱਕ ਸਵਾਸ ਅੰਦਰ ਗਿਆ, ਬਾਹਰ ਆਵੇ ਕਿ ਨਾ ਆਵੇ। ਹਾਂ, ਆਦਮੀ ਹੈ ਇੱਕਦਮ ਹੀ, ਥੋੜਾ ਵਕਤ ਹੈ, ਥੋੜਾ ਸਮਾਂ। ਇੱਕ ਘਟਨਾ ਬੜੀ ਪਿਆਰੀ ਜ਼ਿਕਰ ਕਰਾਂ। ਕਹਿੰਦੇ ਕਿ ਇੱਕ ਰਾਜੇ ਨੇ ਬਹੁਤ ਸੋਹਣਾ ਮਹੱਲ ਉਸਾਰਿਆ, ਕਿਲਾ ਬਣਾਇਆ। ਉਸ ਕਿਲੇ ਦੇ ਰਾਜੇ ਨੇ 84 ਦਰਵਾਜ਼ੇ ਰੱਖੇ। 84 ਦਰਵਾਜ਼ੇ ਬਹੁਤ ਸੋਹਣਾ ਸੀ, ਦੂਰ ਦਰਗਾਡੇ ਤੋਂ ਲੋਕ ਵੇਖਣ ਵੀ ਆਉਂਦੇ ਉਸ ਕਿਲੇ ਨੂੰ। 84 ਦਰਵਾਜ਼ਿਆਂ ਦੇ ਵਿੱਚੋਂ 83 ਦਰਵਾਜ਼ੇ ਜਿਹੜੇ ਨੇ
ਉਹਨੇ ਬੰਦ ਰੱਖੇ। ਇੱਕ ਦਰਵਾਜ਼ੇ ਦਾ ਮੂੰਹ ਖੁੱਲਾ ਸੀ, ਜਿੱਧਰੋਂ ਬੰਦਾ ਐਂਟਰ ਕਰ ਸਕਦਾ ਤੇ ਬਾਹਰ ਜਾ ਸਕਦਾ। ਬਾਕੀ ਦੇ 84 ਦਰਵਾਜ਼ੇ ਕਿਲੇ ਦੇ ਬੰਦ ਨੇ। ਕਿਲਾ ਬਹੁਤ ਵੱਡਾ, ਕਿਲਾ ਬਹੁਤ ਵੱਡਾ ਹੈ, ਕਿਉਂਕਿ ਇੱਕ ਇੱਕ ਦਰਵਾਜ਼ਾ ਜਿਹੜਾ ਹੈ ਉਹ ਫਰਕ ਤੇ ਰੱਖਿਆ ਗਿਆ। ਉੱਥੇ ਇੱਕ ਵਕਤ ਕਹਿੰਦੇ ਅੰਨਾ ਮਨੁੱਖ ਆ ਗਿਆ, ਕਿਉਂਕਿ ਉਹਨੂੰ ਕੀ ਪਤਾ, ਅੰਨੇ ਵਿਚਾਰੇ ਨੂੰ ਕੀ ਪਤਾ ਕਿ ਮਹੱਲ ਹੈ ਕੀ ਹੈ। ਉਹ ਆਪਣੀ ਡਗੋਰੀ ਨਾਲ ਉਸ ਜਗ੍ਹਾ ਤੇ ਪਹੁੰਚਿਆ, ਕਿਲੇ ਦੇ ਅੰਦਰ ਵੜ ਗਿਆ। ਕਿਲੇ ਦੇ ਅੰਦਰ ਤੇ ਵੜ ਗਿਆ, ਪਰ ਬਾਹਰ ਨਿਕਲਣ ਦਾ ਇੱਕੋ ਹੀ ਰਸਤਾ ਸੀ ਜਿੱਧਰੋਂ ਆਇਆ ਸੀ। ਉਹ ਆਪਣੀ ਡੰਗੋਰੀ ਖੜਕਾਂਦਾ, ਕਦੀ ਕਿਹੜੇ ਗੇਟ ਨਾਲ ਵੱਜਦੀ, ਕਦੀ ਕਿਹੜੇ ਨਾਲ। ਦਰਵਾਜ਼ੇ ਤੇ ਕਈ ਨੇ। ਕਾਫੀ ਸਮਾਂ ਏਦਾਂ ਘੁੰਮਦਾ ਰਿਹਾ। ਸਿਰੋਂ ਗੰਜਾ ਸੀ, ਸਿਰੋਂ ਦਾ ਸਿਰ ਜਿਹੜਾ ਉਹਦਾ ਗੰਜਾ ਹੈ। ਘੁੰਮਦਾ ਰਿਹਾ ਕਾਫੀ ਚਿਰ ਉਸ ਮਹੱਲ ਚ, ਕਿਲੇ ਚ। ਘੁੰਮਦਿਆਂ ਘੁੰਮਦਿਆਂ ਉਹ ਗੇਟ ਨਾ ਲੱਭਾ ਜਿੱਧਰਲੇ ਪਾਸੋਂ ਉਹ ਆਇਆ ਸੀ, ਐਂਟਰ ਕੀਤਾ। ਉੱਚੀ ਉੱਚੀ ਰੋਣ ਲੱਗਾ ਤੇ ਰੋਂਦਿਆਂ ਹੋਇਆਂ ਆਵਾਜ਼ਾਂ ਮਾਰਦਾ, ਕੋਈ ਮੈਨੂੰ ਗੇਟ ਦੱਸ ਦੋ, ਕੋਈ ਮੈਨੂੰ ਰਾਹ ਦੱਸ ਦੋ, ਮੈਂ ਇਸ ਕਿਲੇ ਚੋਂ ਬਾਹਰ ਨਿਕਲ ਜਾਵਾਂ। ਪਰ ਕਿਸੇ ਰਾਹ ਨਾ ਦੱਸਿਆ। ਇੱਕ ਮਹਾਂਪੁਰਖ ਸੀ, ਉਹਨੇ ਦੱਸਿਆ, ਕਹਿੰਦਾ ਹੈ ਐ ਕਰ, ਇਸ ਕਿਲੇ ਦੇ 84 ਦਰਵਾਜ਼ੇ ਨੇ ਤੇ ਇੱਕ ਦਰਵਾਜ਼ੇ ਤੋਂ ਸ਼ੁਰੂ ਹੋ ਕੇ ਖੱਤ ਫੇਰਦਾ ਜਾ ਸਾਰਿਆਂ ਤੇ। ਜਿਵੇਂ ਜਿਵੇਂ ਖੱਤ ਫੇਰਦਾ ਜਾਵੇਂਗਾ, ਬਾਕੀ 83 ਦੇ 83 ਦਰਵਾਜ਼ੇ ਬੰਦ ਨੇ, ਇੱਕ ਦਰਵਾਜ਼ਾ ਖੁੱਲਾ ਹੈ 84ਵਾਂ। ਜਦੋਂ ਉਹ ਖੁੱਲੇ ਦਰਵਾਜ਼ੇ ਤੇ ਤੇਰਾ ਹੱਥ ਲੱਗੇਗਾ, ਤੈਨੂੰ ਪਤਾ ਲੱਗ ਜਾਏਗਾ ਕਿ ਆਹ ਦਰਬਾਰ ਖੁੱਲਾ ਹੈ, ਇਹੀ ਰਸਤਾ ਹੈ, ਤੇ ਉਸ ਰਸਤੇ ਤੋਂ ਤੂੰ ਬਾਹਰ ਹੋ ਜਾਏ, ਚਲਾ ਜਾ। ਉਹਨੇ ਸ਼ੁਰੂ ਕੀਤਾ, ਇੱਕ ਇੱਕ ਦਰਵਾਜ਼ੇ ਨੂੰ ਕੱਤ ਮਾਰਦਾ ਗਿਆ। ਸਾਰੇ ਦਰਵਾਜ਼ੇ ਬੰਦ, ਕਿਉਂਕਿ ਸਿਰੋਂ ਗੰਜਾ ਸੀ, ਮਿੱਟੀ ਪੈਂਦੀ ਰਹੀ ਸਿਰ 'ਚ। ਕਿਲਾ ਕਿਤੇ ਛੋਟਾ ਥੋੜਾ ਹੁੰਦਾ, ਬਹੁਤ ਵੱਡਾ ਕਿਲਾ। ਤੇ ਇੱਕ ਇੱਕ ਦਰਵਾਜ਼ਾ ਟੋਣਾ, ਉਹਨੂੰ ਫਰੋਲਣਾ ਹੈ, ਵੀ ਅੰਨਾ ਹੈ ਵਿਚਾਰਾ। ਇੱਕ ਇੱਕ ਦਰਵਾਜ਼ਾ ਟੋਂਦਾ ਗਿਆ, ਕਿਉਂਕਿ ਆਪਾਂ ਕਹਾਂਗੇ ਉਹ ਮਹਾਂਪੁਰਖ ਪਾਰ ਵੀ ਕਰਾ ਸਕਦਾ ਸੀ, ਉਹ ਬੰਦਾ ਪਾਰ ਵੀ ਕਰਾ ਸਕਦਾ ਸੀ। ਪਰ ਆਪਾਂ ਵੇਖਦੇ ਹੀ ਹਾਂ, ਆਪਾਂ ਵੇਖਦੇ ਨਾ, ਸਾਡੇ ਵੀ ਇੱਥੇ ਬਲਾਈਂਡ ਸਿੰਘ ਕੀਰਤਨ ਕਰਦਾ, ਪਰ ਕਿੰਨਾ ਕੁ ਕੋਈ ਫੜ ਕੇ ਲੈ ਕੇ ਜਾਂਦਾ? ਨਹੀਂ, ਅਗਲਾ ਆਪ ਹੀ ਆਪਣੇ ਡੰਡੇ ਨਾਲ ਹੀ ਆਉਂਦਾ ਹੈ, ਡੰਡੇ ਨਾਲ ਹੀ ਉਹ ਟੋ ਕੇ ਜਾਂਦਾ ਹੈ, ਕਿਉਂਕਿ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਹੁੰਦਾ। ਇਸ ਕਰਕੇ ਹੁਣ ਉਹ ਜਿਹੜਾ ਸੀ ਬਲਾਈਂਡ, ਉਹ ਇੱਕ ਇੱਕ ਦਰਵਾਜ਼ੇ ਨੂੰ ਟੋਂਦਾ ਗਿਆ, ਹਰੇਕ ਦਰਵਾਜ਼ੇ ਤੇ ਹੱਥ ਫੇਰ ਕੇ ਵੇਖਦਾ, ਬੰਦ। ਕਰਦਿਆਂ ਕਰਦਿਆਂ ਸਿਰ 'ਚ ਮਿੱਟੀ ਬਹੁਤ ਪੈ ਗਈ, ਗੰਜਾ ਸੀ ਸਿਰ। ਤੇ ਕਹਿੰਦੇ ਜਦੋਂ ਉਹ 84ਵਾਂ ਦਰਵਾਜ਼ਾ ਆਇਆ ਨਾ, ਤੇ ਸਿਰ ਖੁਰਕਣ ਲੱਗ ਗਿਆ, ਮਿੱਟੀ ਪੈ ਪੈ ਕੇ ਸਿਰ ਖੁਰਕਣ ਲੱਗ ਗਿਆ। ਸਿਰ ਖੁਰਕਦਿਆਂ ਖੁਰਕਦਿਆਂ ਦੋਵੇਂ ਕੱਥਾਂ ਨਾਲ ਖੁਰਕਦਾ ਰਿਹਾ। ਜਦੋਂ ਦੋਵੇਂ ਕੱਥਾਂ ਨਾਲ ਖੁਰਕਿਆ ਉਹਨੇ, ਤੇ ਉਹ 84ਵਾਂ ਦਰਵਾਜ਼ਾ ਲੰਘ ਗਿਆ। ਹੱਥ ਨਹੀਂ ਫੇਰਿਆ ਉੱਥੇ। ਫਿਰ ਅਗਲੇ ਤੇ ਹੱਥ ਫੇਰ ਲਿਆ, ਫਿਰ ਅਗਲੇ ਨੂੰ ਹੱਥ ਫੇਰ ਲਿਆ। ਉਹ ਕਹਿੰਦਾ ਵੀ ਦਰਵਾਜ਼ੇ ਤੇ 84 ਹੋ ਗਏ, ਪਰ ਦਰਵਾਜ਼ਾ ਆਇਆ ਨਹੀਂ, ਦਰਵਾਜ਼ਾ ਤੇ ਆਇਆ ਨਹੀਂ। ਫਿਰ ਉਹ ਗੇੜ ਫਿਰ ਸ਼ੁਰੂ ਹੋ ਗਿਆ, ਦੂਸਰਾ ਗੇੜ ਫਿਰ ਸ਼ੁਰੂ ਹੋ ਗਿਆ। ਹੁਣ ਇਹ ਸਾਖੀ ਦਾ ਸਮਝਾਉਣ ਦਾ ਮਤਲਬ ਕੀ, ਮੋਰਲ ਕੀ ਹੈ? ਇਹਦਾ ਮਤਲਬ ਹੈ ਕਿ ਰੱਬ ਨੇ ਸਾਨੂੰ 84 ਦੀ ਜੂਨ ਵਿੱਚ ਪਾਇਆ। ਰੱਬ ਨੇ 84 ਦੀ ਜੂਨ ਵਿੱਚ ਸਾਨੂੰ ਪਾਇਆ। 83 ਜੂਨਾਂ ਉਹ ਨੇ ਜਿਹੜੀਆਂ ਕੇਵਲ ਤੇ ਕੇਵਲ ਨਰਕ ਨੇ, ਭਾਵ ਕੀ ਬੰਦ ਨੇ, ਜਿੱਥੋਂ ਅਸੀਂ ਨਿਕਲ ਨਹੀਂ ਸਕਦੇ। ਕੁੱਤੇ ਦੀ ਜੂਨ 'ਚ, ਡੰਗਰ ਦੀ ਜੂਨ 'ਚ, ਪੰਛੀ ਦੀ ਜੂਨ 'ਚ, ਪਸ਼ੂ ਦੀ ਜੂਨ 'ਚ ਸਾਡੇ ਤੋਂ ਜਪਿਆ ਨਹੀਂ ਜਾਂਦਾ।
ਅਸੀਂ ਜਪ ਨਹੀਂ ਸਕਦੇ, ਧਿਆ ਨਹੀਂ ਸਕਦੇ ਇਹਨਾਂ ਜੂਨਾਂ ਵਿੱਚ। ਜੇ ਕੋਈ ਕਵੇ ਕਿ ਅਸੀਂ ਪਸ਼ੂ ਪੰਛੀ ਡੰਗਰ ਬਣ ਕੇ ਜਪ ਲਾਂਗੇ, ਨਹੀਂ, ਜਪਿਆ ਹੀ ਨਹੀਂ ਜਾਣਾ, ਧਿਆਇਆ ਹੀ ਨਹੀਂ ਜਾਣਾ। ਇੱਕੋ ਇੱਕ ਦਰਵਾਜ਼ਾ ਖੁੱਲਾ ਹੈ ਰੱਬ ਨੂੰ ਮਿਲਣ ਲਈ, ਇੱਕੋ ਇੱਕ ਦਰਵਾਜ਼ਾ ਕਾ 84 ਦੀ ਜੂਨ ਤੋਂ ਬਾਹਰ ਨਿਕਲਣ ਲਈ। ਉਹ ਕਿਹੜਾ? ਮਨੁੱਖਾ ਦੇ ਆ ਜਿਹੜਾ ਸਰੀਰ ਸਾਨੂੰ ਮਿਲਿਆ। ਸਤਿਗੁਰੂ ਜੀ ਕਹਿੰਦੇ ਆ, ਮਾਨੁਖ ਕੋ ਪ੍ਰਭ ਮਿਲੀ ਵਡਿਆਈ। ਇਹ ਮਨੁੱਖ ਨੂੰ ਵਡਿਆਈ ਮਿਲੀ ਹੈ ਕਿ ਤੈਨੂੰ ਹੀ ਇਹ ਵਕਤ ਮਿਲਿਆ ਕਿ ਤੂੰ ਜਪ ਕੇ ਇਸ ਕਿਲੇ ਵਿੱਚੋਂ ਮੁਕਤ ਹੋ ਸਕਦਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। 84 ਲੱਖ ਜੂਨਾ, 83 ਲੱਖ ਜੂਨਾ ਭੋਗ ਕੇ, 84 ਲੱਖ ਜੂਨਾ ਨੇ ਨਾ, ਉਹਨਾਂ ਵਿੱਚੋਂ ਇੱਕ ਜੂਨ ਤੈਨੂੰ ਐਸੀ ਮਿਲੀ ਹੈ ਜਿਸ ਜੂਨ ਵਿੱਚ ਰਹਿੰਦਿਆਂ ਤੂੰ ਕਰਤਾਰ ਨੂੰ ਮਿਲ ਸਕਦਾ। ਇੱਕੋ ਦਵਾਰ ਖੁੱਲਾ ਸਾਡੇ, ਬਾਕੀ ਸਾਰੇ ਬੰਦ ਨੇ। ਇੱਕ ਧਰਤੀ ਮੈਂ ਤੇਰੀ ਸਿਕਦਾਰੀ, ਤੈਨੂੰ ਸਰਦਾਰ ਬਣਾ ਕੇ ਸਾਰੀਆਂ ਜੂਨਾਂ ਦਾ ਭੇਜਿਆ, ਤੇ ਤੂੰ ਇਹ ਜਾਮਾ ਵੀ ਆਪਣਾ ਦਾਖੇ ਬਦਾਖੇ ਇਦਾਂ ਕੀ ਗੁਜ਼ਾਰ ਲਿਆ। ਨਹੀਂ ਸਮਝ ਕੀਤੀ ਆਪਣੇ ਆਪੇ ਦੀ। ਤੇ ਜਦੋਂ ਫਿਰ ਉਹ ਦਰਵਾਜ਼ਾ ਆਇਆ ਬਾਹਰ ਨਿਕਲਣ ਵਾਲਾ, ਉਦੋਂ ਫਿਰ ਜੰਜਾਲ ਵਿੱਚ ਬੰਦਾ ਫਸ ਗਿਆ। ਇਹ ਜੰਜਾਲਾਂ ਵਿੱਚ ਫਸੇ, ਜਿਵੇਂ ਉਹਨੇ ਸਿਰ ਖੁਜਾਇਆ, ਇਦਾਂ ਅਸੀਂ ਵੀ ਸਿਰ ਹੀ ਖੁਜਾਉਂਦੇ ਫਿਰਦੇ ਆਂ, ਟੈਨਸ਼ਨਾਂ ਹੀ ਚੱਕੀ ਫਿਰਦੇ ਆਂ। ਪਰ ਇਸ ਦੇਹੀ ਵਿੱਚ ਰੱਬ ਨੂੰ ਮਿਲਣ ਦੇ ਲਈ ਕੋਈ ਜ਼ਰੀਆ, ਕੋਈ ਉਦਮ, ਕੋਈ ਐਫਰਟ ਨਹੀਂ ਹੈ ਸਾਡੇ ਕੋਲ, ਤੇ ਨਾ ਅਸੀਂ ਕੀਤਾ। ਫਿਰ ਕਿਵੇਂ ਇਹਨੂੰ ਪਾਰ ਕਰ ਸਕਾਂਗੇ? ਕਿਵੇਂ ਅਸੀਂ ਜਾ ਸਕਾਂਗੇ? ਇਸ ਲਈ ਸਭ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਵੇਖ, ਤੇਰੇ ਵਹਿੰਦਿਆਂ ਵਹਿੰਦਿਆਂ ਬੜੇ ਚਲੇ ਗਏ, ਕਬਰਸਤਾਨਾਂ ਵਿੱਚ ਸੌਂਗੇ ਜਾ ਕੇ, ਜਿੱਥੋਂ ਦੁਬਾਰਾ ਉੱਠ ਕੇ ਨਹੀਂ ਆਉਣਾ। ਇਸ ਲਈ ਤੂੰ ਵੀ ਉਦਮ ਕਰ, ਜਿਉਂਦਿਆਂ ਜੀ ਕਰਤਾਰ ਨਾਲ ਤੇਰੀ ਅਭੇਦਤਾ ਹੋ ਜਾ। ਤੂੰ ਕਰਤਾਰ ਨੂੰ ਮਿਲਣਾ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਂ, ਹੰਪੀ ਵੰਜਾ ਡੂਮਨੀ ਰੋਵਾ ਝੀਣੀ ਬਾਣ। ਹੰਪੀ ਦਾ ਮਤਲਬ ਹੈ ਮੈਂ, ਮੰਝਾ, ਡੂਮਣੀ ਦਾ ਮਤਲਬ ਦੁਚਿੱਤਾਪਨ, ਰੋਵਾ ਰੋਨੀ ਹਾਂ, ਝੀਣੀ ਬਾਣ ਦਾ ਮਤਲਬ ਬੜੀ ਧੀਮੀ ਆਵਾਜ਼ ਵਿੱਚ। ਜਿਹੜੇ ਸੱਜਣ ਚਲੇ ਗਏ, ਉਹਨਾਂ ਸੱਜਣਾ ਨੂੰ ਬੜੀ ਧੀਮੀ ਆਵਾਜ਼ ਵਿੱਚ ਮੈਂ ਰੋਨੀ ਹਾਂ। ਸਾਰੇ ਰੋਨੇ ਆਪਾਂ, ਜਦੋਂ ਕੋਈ ਆਪਣਾ ਮਿੱਤਰ ਜਾਂਦਾ, ਘਰੋਂ ਜਾਂਦਾ, ਰੋਨੇ ਆ ਨਾ। ਪਰ ਰੋਣ ਵਾਲੀ, ਗੁਰੂ ਸਾਹਿਬ ਕਹਿੰਦੇ, ਰੋਣ ਵਾਲੀ ਨੂੰ ਇਸ ਗੱਲ ਦੀ ਸਮਝ ਨਹੀਂ, ਜਿਹਨੂੰ ਰੋਨੀ ਹੈ ਕੱਲ ਨੂੰ ਤੈਨੂੰ ਵੀ ਕਿਸੇ ਨੇ ਰੋਣਾ ਹੈ, ਤੂੰ ਵੀ ਚਲੇ ਜਾਣਾ, ਤੂੰ ਕਿਹੜਾ ਇੱਥੇ ਬੈਠੇ ਰਹਿਣਾ। ਇਹ ਮੱਧਮ ਆਵਾਜ਼ ਵਿੱਚ ਰੋਣਾ ਕਾਹਦੇ ਲਈ? ਰੋਣ ਦੀ ਥਾਂ ਤੇ ਤੂੰ ਕਿਤੇ ਕਰਤਾਰ ਜਪ, ਮਾਲਕ ਦਾ ਨਾਮ ਜਪ, ਸਾਹਿਬ ਦਾ ਨਾਮ ਜਪ। ਇਹ ਅਖੰਡ ਪਾਠ ਸਾਹਿਬ, ਇਹ ਸਹਿਜ ਪਾਠ ਮਰਗਤ ਤੋਂ ਬਾਅਦ ਧਰਾਉਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਅੰਦਰ ਪਾਠ ਚਲੀ ਜਾਵੇ ਤੇ ਬਾਹਰ ਅਸੀਂ ਰੋਣ ਰੱਪਾ ਕਰੀ ਜਾਵੇ। ਇਹਦਾ ਮਤਲਬ ਵੀ ਇਹ ਹੁੰਦਾ ਕਿ ਉਹਨੇ ਦਿਨ ਸਾਡੇ ਘਰ ਦੇ ਅੰਦਰ ਰੱਬ ਦੀ ਬਾਣੀ ਚੱਲੇਗੀ, ਅਸੀਂ ਬੈਠ ਕਰਕੇ ਕਰਤਾਰ ਦੀ ਬਾਣੀ ਸੁਣਾਂਗੇ। ਪਰ ਹੁੰਦਾ ਨਹੀਂ ਜੇ ਇਦਾਂ, ਮਾਫ ਕਰਨਾ। ਇਸ ਲਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ, ਰੌਣ ਦਾ ਕੀ ਫਾਇਦਾ, ਜਿਹੜੇ ਆਏ ਉਹ ਤੇ ਚਲੇ ਗਏ। ਇੱਥੋਂ ਤੱਕ ਵੀ ਸਤਿਗੁਰਾਂ ਨੇ ਕਿਹਾ, ਤੁਸੀਂ ਰੋਵੋ ਰੋਵਣ ਆਈਓ, ਕਾਦੇ ਲਈ? ਕਹਿੰਦੇ ਪਖੰਡ ਹੈ ਸੰਸਾਰ ਦੀ ਕਾਰ ਵਾਸਤੇ। ਸੰਸਾਰ ਦੀ ਇੱਕ ਰੀਤ ਬਣ ਗਈ ਵੀ ਰੋਣਾ ਹੈ ਜੇ ਕੋਈ ਮਰ ਜਾਏ, ਤੇ ਜਿਹਨੂੰ ਨਹੀਂ ਵੀ ਰੋਣ ਆਉਂਦਾ ਉਹ ਵੀ ਧੱਕੇ ਨਾਲ ਵੈਣ ਪਾ ਕੇ ਰੋਣ ਦਾ ਯਤਨ ਕਰਦੀ ਹੈ। ਰੋਣ ਤੇ ਨਹੀਂ ਆ ਰਿਹਾ, ਪਰ ਇਸ ਕਰਕੇ ਰੋਣਾ ਕਾਦੇ ਲਈ? ਜਿਹੜਾ ਸਮਾਂ ਤੈਨੂੰ ਮਿਲਿਆ ਇਹਨੂੰ ਵਿਅਰਥ ਗਵਾ ਰਿਹਾ, ਉਹੀ ਸਮਾਂ ਕਰਤਾਰ ਦੀ ਯਾਦ ਵਿੱਚ ਲੰਘਾ। ਹੰਪੀ ਵੰਜਾ ਡੂਮਣੀ ਰੋਵਾ ਝੀਣੀ ਬਾਣ, ਕੀ ਨਾ ਸੁਣੀ ਗੋਰੀਏ ਆਪਨ ਕੰਨੀ ਸੋਏ। हे ਸੁੰਦਰ ਜੀਵ ਰੂਪੀ ਇਸਤਰੀ, ਤੂੰ ਰੱਬ ਦੀ ਆਪਣੇ ਕੰਨਾਂ ਦੇ ਨਾਲ ਖਬਰ ਨਹੀਂ ਸੁਣੀ, ਆਵਾਜ਼ ਨਹੀਂ ਸੁਣੀ। ਕੀ ਆਵਾਜ਼ ਮਾਰੀ ਉਹਨੇ?
ਕਹਿੰਦੇ ਲੱਗੀ ਆਵੈ ਸੋਹਰੈ ਨਿਤ ਨਾ ਪਈਆ ਹੋਏ। ਉਹਨੇ ਵਾਰ-ਵਾਰ ਤੈਨੂੰ ਆਵਾਜ਼ ਮਾਰ ਕੇ ਸਮਝਾਇਆ ਕਿ ਤੂੰ ਸਹੁਰੇ ਘਰ ਜਾਣਾ ਹੈ। ਮਾਂ ਕਹਿੰਦੀ ਹੈ ਨਾ, ਮਾਂ ਕੀ ਕਹਿੰਦੀ ਹੈ, ਪਿਓ ਕੀ ਕਹਿੰਦਾ ਕਿ ਧੀਏ ਚੰਗੇ ਗੁਣ ਸਿੱਖ, ਚੰਗੇ ਗੁਣ ਸਿੱਖ। ਰੋਟੀ ਪਕਾਉਣ ਦੀ ਜਾਚ, ਕੱਪੜੇ ਧੋਣ ਦੀ ਜਾਚ, ਪੜ੍ਹਾਈ ਲਿਖਾਈ ਦੇ ਨਾਲ ਨਾਲ ਇਹ ਕਾਰਜ, ਇਹ ਕੰਮ ਵੀ ਸਿੱਖ ਲੈ। ਸੁੱਤੀ ਰਵੇ, ਉੱਠੀ ਨਾ, ਕੀ ਉਹ ਚੰਗੇ ਗੁਣ ਸਿੱਖ ਲੇਗੀ ਬੱਚੀ? ਨਹੀਂ ਸਿੱਖੇ। ਕਿ ਉਹਨੂੰ ਸਹੁਰੇ ਘਰ ਦੇ ਅੰਦਰ ਜਗ੍ਹਾ ਮਿਲੇਗੀ? ਨਹੀਂ ਮਿਲੇਗੀ। ਕਲੇਸ਼ ਹੀ ਹੋਵੇਗਾ, ਦੁੱਖ ਹੀ ਹੋਵੇਗਾ ਉਹਦੀ ਜ਼ਿੰਦਗੀ 'ਚ। ਕਿਉਂ? ਕਿਉਂਕਿ ਉਹਨੇ ਇੱਕ ਵੀ ਲੱਖਣ ਨਹੀਂ ਚੱਜ ਦਾ ਸਿੱਖਿਆ। ਜਿਹੜੇ ਲੱਖਣ ਕਰਕੇ, ਲੱਖਣ ਦਾ ਮਤਲਬ ਗੁਣ ਹੁੰਦਾ ਵੈਸੇ, ਜਿਹੜੇ ਗੁਨਾਹ ਕਰਕੇ ਸਹੁਰੇ ਘਰ ਦੇ ਅੰਦਰ ਜਗ੍ਹਾ ਮਿਲਣੀ ਸੀ, ਥਾਂ ਮਿਲਣੀ ਸੀ ਨਾ, ਉਹ ਇੱਕ ਵੀ ਗੁਣ ਨਹੀਂ ਸਿੱਖਿਆ, ਇੱਕ ਵੀ ਗੁਣ ਆਪਣੀ ਜ਼ਿੰਦਗੀ 'ਚ ਨਹੀਂ ਅਪਣਾਇਆ। ਤੇ ਫਿਰ ਸਹੁਰੇ ਘਰ ਦੇ ਅੰਦਰ ਜਗ੍ਹਾ ਕਿਵੇਂ ਮਿਲੇ? ਉਹਨਾਂ ਦਾ ਪਿਆਰ ਕਿਵੇਂ ਮਿਲੇ? ਕਿਉਂਕਿ ਗੁਣ ਤੇ ਕੁਝ ਸਿੱਖਿਆ ਨਹੀਂ। ਮਾਂ ਆਵਾਜ਼ਾਂ ਮਾਰ-ਮਾਰ ਕੇ ਕਹਿੰਦੀ ਰਹੀ, ਪਿਓ ਆਵਾਜ਼ਾਂ ਮਾਰ-ਮਾਰ ਕੇ ਕਹਿੰਦਾ ਰਿਹਾ ਕਿ ਧੀਏ ਤੂੰ ਸਹੁਰੇ ਘਰ ਜਾਣਾ ਹੈ, ਤੂੰ ਸਹੁਰੇ ਘਰ ਜਾਣਾ ਹੈ। ਕੀ ਨਾ ਸੁਣਹੀ ਗੋਰੀਏ, ਆਪਨ ਕੰਨੀ ਸੋਏ ਸੋਏ ਦਾ ਮਤਲਬ ਹੁੰਦਾ ਖਬਰ। ਪਰ ਜਿਹੜੀ ਖਬਰ ਉਹ ਮਾਂ ਪਿਓ ਸੁਣਾਉਂਦੇ ਰਹੇ, ਉਹ ਸੁਣੀ ਥੋੜਾ ਕਿਤੇ ਬੱਚੀ ਨੇ। ਉਹ ਬੇਸਲੀ ਹੋ ਕੇ ਸੁੱਤੀ ਰਹੀ। ਪੇਕੇ ਘਰ ਦੇ ਅੰਦਰ ਲਾਡ ਚਾਹ ਹੁੰਦਾ, ਪਿਆਰ ਹੁੰਦਾ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਲਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਐ, ਵਿਆਹੇ ਸਸੁਰਾਲ ਜਾਏ ਗੁਨਨ ਕੈ ਮਾਨੀਐ। ਕਹਿੰਦੇ ਬੱਚੀ ਪੇਕੇ ਘਰ ਦੇ ਅੰਦਰ ਲਾਡਾਂ ਚਾਵਾਂ ਨਾਲ ਪਾਲੀ ਜਾਂਦੀ ਹੈ ਤੇ ਉਹ ਡੋਲ ਦੇ ਵਿਗਾੜ ਦੇ ਮਾਂ ਫਿਰ ਵੀ ਕੁਝ ਨਹੀਂ ਕਹਿੰਦੀ, ਕੁਝ ਨਹੀਂ ਕਹਿੰਦੀ ਮਾਂ। ਪਰ ਜਦੋਂ ਉਹੀ ਬੱਚੀ ਆਪਣਾ ਘਰ ਛੱਡ ਕੇ ਸਹੁਰੇ ਘਰ ਜਾਂਦੀ ਹੈ ਨਾ, ਉੱਥੇ ਜੇ ਡੋਲਤਾ ਵਿਗਾੜ ਦਿੱਤਾ ਉਹਨਾਂ ਨੇ, ਤੈਨੂੰ ਪਿਆਰ ਥੋੜਾ ਕਰਨਾ ਹੈ। ਉਹਨਾਂ ਤੇ ਕਹਿਣਾ ਤੈਨੂੰ ਲੱਖਣ ਨਹੀਂ ਸਿਖਾਇਆ ਤੇਰੀ ਮਾਂ ਨੇ। ਸੱਚ ਹੈ, ਸ਼ਬਦ ਮਾਂ ਤੇ ਜਾਂਦਾ ਹੈ। ਬੱਚੀ ਲਈ ਜਦੋਂ ਕੋਈ ਡੋਲ ਦੇ ਵਿਗਾੜ ਤੇ ਪਹਿਲਾ ਸ਼ਬਦ ਮਾਂ ਤੇ ਜਾਂਦਾ ਹੈ। ਗਾਲ ਹੁੰਦੀ ਹੈ ਸਿੱਧੀ ਇੱਕ ਹਿਸਾਬ ਦੀ। ਤੇਰੀ ਮਾਂ ਨੇ ਤੈਨੂੰ ਕੋਈ ਚੱਜ ਨਹੀਂ ਸਿਖਾਇਆ, ਤੈਨੂੰ ਕੋਈ ਲੱਖਣ ਨਹੀਂ ਸਿਖਾਇਆ, ਤੇਰੀ ਮਾਂ ਨੇ ਤੈਨੂੰ ਕੋਈ ਗੁਣ ਨਹੀਂ ਦਿੱਤਾ। ਪਹਿਲੀ ਗੱਲ ਹੀ ਉਹਦੀ ਮਾਂ ਤੇ ਜਾਂਦੀ, ਕਿਉਂਕਿ ਮਾਂ ਹੀ ਰਸੋਈ ਦਾ ਹਰੇਕ ਕੰਮ ਜਿਹੜਾ ਹੈ ਉਹ ਮਾਂ ਸਿਖਾਉਂਦੀ। ਇਸ ਕਰਕੇ ਤੇ ਕਹਿੰਦੇ ਜੇ ਉਹਨੂੰ ਨਾ ਸਿਖਾਵੇ ਤੇ ਫਿਰ ਪਤਾ ਨਹੀਂ ਲੱਗਦਾ। ਉਹ ਇੱਕ ਛੋਟੀ ਜੀ ਸਮਝਣ ਲਈ ਆ। ਉਹ ਕਹਿੰਦੇ ਵੀ ਜਦੋਂ ਕਿਤੇ ਘਰ ਦੁੱਧ ਜਮਾਣਾ ਨਾ, ਤੇ ਉਹਨੇ ਆਪਣੀ ਧੀ ਨੂੰ ਕਹਿਣਾ ਵੀ ਜਾ ਪਹਿਲਾਂ ਬਿੱਲੀ ਢੱਕ ਕੇ ਆ, ਕਿਉਂਕਿ ਬਿੱਲੀ ਰੱਖੀ ਹੋਈ ਸੀ ਘਰ। ਜਦੋਂ ਦੁੱਧ ਜਮਾਣਾ ਉਹਨੇ ਕਹਿਣਾ ਵੀ ਜਾ ਪਹਿਲਾਂ ਬਿੱਲੀ ਢੱਕ ਕੇ ਆ ਤੇ ਫਿਰ ਦੁੱਧ ਜਮਾਣਾ। ਹੁਣ ਉਹ ਜਦੋਂ ਚਲ ਗਈ ਸਹੁਰੇ ਘਰ, ਸਹੁਰੇ ਘਰ ਚਲ ਗਈ, ਉਹਦੀ ਸੱਸ ਨੇ ਕਿਹਾ ਵੀ ਦੁੱਧ ਜਮਾਣਾ, ਜਾਗ ਲਾ ਇਹਨੂੰ। ਹੁਣ ਜਾਗ ਕਦੀ ਵਿਚਾਰੀ ਨੇ ਲਾਇਆ ਹੋਵੇ ਤੇ ਉਹਨੂੰ ਪਤਾ ਹੋਵੇ ਵੀ ਜਾਗ ਕਿਵੇਂ ਲੱਗਦਾ, ਦਹੀਂ ਕਿਵੇਂ ਜੰਮਦਾ। ਹੁਣ ਇਹ ਤੇ ਸਿਖਾਇਆ ਨਹੀਂ ਸੀ ਮਾਂ ਨੇ ਵੀ ਜਾਗ ਐਵੇਂ ਲਾਈਦਾ, ਵੀ ਦੁੱਧ ਐਵੇਂ ਜੰਮਦਾ ਹੈ ਖੱਟਾ ਲਾ ਕੇ। ਤੇ ਉਹ ਕਹਿੰਦੀ ਵੀ ਜਾਗ ਲਾਣਾ, ਦਹੀਂ ਜਮਾਣਾ। ਤੇ ਕਹਿੰਦੀ ਪਹਿਲਾਂ ਬਿੱਲੀ ਲੱਭੋ, ਬਿੱਲੀ ਢੱਕੋ, ਪਹਿਲਾਂ ਬਿੱਲੀ ਢੱਕੋ ਫਿਰ ਜਾਗ ਲੱਗੇਗਾ। ਉਹ ਕਹਿੰਦੇ ਵੀ ਬਿੱਲੀ ਢੱਕੋ। ਉਹਨਾਂ ਨੂੰ ਸਮਝ ਨਾ ਆਈ। ਉਹਨਾਂ ਪੁੱਛਿਆ ਪੇਕੇ ਘਰ ਵਾਲਿਆਂ ਨੂੰ, ਉਹਨਾਂ ਕਿਹਾ ਵੀ ਜਦੋਂ ਮੈਂ ਦੁੱਧ ਜਮਾਉਣਾ ਤੇ ਸਾਡੇ ਘਰ ਬਿੱਲੀ ਰੱਖੀ ਸੀ ਤੇ ਮੈਂ ਇਹਨੂੰ ਕਹਿਣਾ ਬਿੱਲੀ ਢੱਕ ਦੇ, ਮੈਂ ਇਹ ਤੇ ਸਿਖਾਇਆ ਨਹੀਂ। ਲੱਖਣ ਦੀ ਗੱਲ ਹੈ ਨਾ, ਵੀ ਗੁਣ ਤੇ ਸਿਖਾਇਆ ਨਹੀਂ ਵੀ ਜਾਗ ਐਵੇਂ ਲੱਗਦਾ, ਦਹੀਂ ਐਵੇਂ ਜੰਮਦਾ, ਪਰ ਇਹ ਸਿਖਾਤਾ ਵੀ ਬਿੱਲੀ ਢੱਕ। ਹੁਣ ਉਹੀ ਗੱਲ ਅੱਗੇ ਸਹੁਰੇ ਘਰ ਚ, ਕਿਉਂਕਿ ਜਿੱਦਾਂ ਦੇ ਗੁਣ ਅਸੀਂ ਪੇਕੇ ਘਰ ਚ ਸਿੱਖਾਂਗੇ ਉਦਾਂ ਦੇ ਸਹੁਰੇ ਘਰ ਚ ਜਾ ਕੇ ਬਖੇਰਾਂਗੇ। ਤੇ ਮੇਰਾ ਗੁਰੂ ਹਰ ਰੋਜ਼ ਆਵਾਜ਼ਾਂ ਮਾਰ ਕੇ ਇਹ ਸਾਨੂੰ ਸਮਝਾ ਰਿਹਾ, ਖਬਰ ਦੇ ਰਿਹਾ ਕਿ ਤੂੰ ਸਹੁਰੇ ਘਰ ਜਾਣਾ ਹੈ। ਕੀ ਕਹਿ ਰਿਹਾ ਗੁਰੂ ਮੇਰਾ? ਸਭਨਾ
ਸਹੁਰੇ ਵੰਜਣਾ ਸਭ ਮੁਕਲਾਵਨ ਹਾਰ। ਅਸੀਂ ਸਾਰਿਆਂ ਨੇ ਆਪਣੇ ਸਹੁਰੇ ਕਰੀ ਜਾਣਾ। ਇਹ ਸਾਡਾ ਪੇਕਾ ਘਰ ਹੈ। ਪੇਕੇ ਘਰ 'ਚ ਜਿੰਨੇ ਗੁਣ ਸਿੱਖਾਂਗੇ ਉਹ ਫਿਰ ਸਹੁਰੇ ਘਰ 'ਚ ਜਾ ਕੇ ਕੰਮ ਆਉਣਗੇ। ਤੇ ਜੇ ਬੱਚੀ ਨੇ ਇੱਕ ਵੀ ਗੁਣ ਨਾ ਸੁੱਕਿਆ, ਸੁੱਤੀ ਰਹੀ, ਜਿਵੇਂ ਅਸੀਂ ਸੁੱਤੇ ਆ, ਗਾਫਲ ਹੋ ਕੇ ਸੁੱਤੇ ਆ ਨਾ, ਤੇ ਇੱਕ ਵੀ ਗੁਣ ਨਹੀਂ ਸਿੱਖ ਰਹੇ ਰੱਬ ਦਾ, ਮਾਲਕ ਦਾ, ਪਰਮਾਤਮਾ ਦਾ, ਸਹਿਬ ਦਾ, ਸੁੱਤੇ ਪਏ ਹਾਂ, ਨੀਂਦ ਗਾਫਲ ਹੈ। ਤੇ ਮੇਰੇ ਸਤਿਗੁਰੂ ਜੀ ਕਹਿ ਰਹੇ ਆ, ਜਿਨ੍ਹਾਂ ਨੇ ਇਹ ਖਬਰ ਨਹੀਂ ਸੁਣੀ ਕਿ ਅਸੀਂ ਸਹੁਰੇ ਜਾਣਾ ਹੈ, ਸਹੁਰੇ ਘਰ ਜਾਣਾ ਹੈ, ਉੱਥੇ ਤੇ ਗੁਣਾਂ ਦੀ ਸਾਂਝ ਹੋਣੀ ਹੈ। ਧੀਏ, ਤੂੰ ਇੱਕ ਵੀ ਔਗਣ ਬਖੇਰੇਂਗੀ ਤੇ ਲੋਕਾਂ ਨੇ ਗੱਲ ਚੁੱਕ ਲੈਣੀ ਹੈ। ਆਪਣੀ ਘਰ ਦੇ ਸਾਸੀ ਜਾ ਕੇ, ਸਹੁਰਾ ਹੀ ਜਾ ਕੇ ਲੋਕਾਂ 'ਚ ਦੱਸੇਗਾ ਵੀ ਚੰਗੀ ਨਹੀਂ ਆਈ। ਚਲੋ ਬਾਹਰ ਦਿਆਂ ਨੇ ਤੇ ਗੱਲਾਂ ਕਰਨੀਆਂ, ਮਾਫ ਕਰਨਾ, ਪਰ ਸੱਸ ਸਹੁਰਾ ਹੀ ਪਹਿਲੇ ਨੰਬਰ ਤੇ ਕਹੇਗਾ ਵੀ ਚੰਗੀ ਨਹੀਂ ਆਈ, ਇਹਨੂੰ ਘਰ ਸੰਭਾਲਣ ਦੀ ਜਾਚ ਨਹੀਂ, ਇਹ ਤੇ ਘਰ ਉਜਾੜ ਦੇਗੀ, ਡੋਲਣ ਵਿਗਾੜਨ ਵਾਲੀ ਆਈ ਹੈ, ਲੜਾਈ ਝਗੜੇ ਵਾਲੀ ਆਈ ਹੈ। ਸੋ ਇਸ ਲਈ ਕਰਤਾਰ ਹਰ ਰੋਜ਼ ਸਾਨੂੰ ਸਮਝਾ ਰਿਹਾ, ਇਹ ਸਾਡਾ ਪੇਕਾ ਘਰ ਹੈ। ਪੇਕੇ ਘਰ ਵਿੱਚ ਗੁਣ ਸਿੱਖੇ ਜਾਂਦੇ ਆ। ਉਹਨਾਂ ਗੁਣਾਂ ਦੀ ਕਦਰ ਸਹੁਰੇ ਘਰੀ ਜਾ ਕੇ ਹੁੰਦੀ ਹੈ। ਇਸ ਲਈ ਸਤਿਗੁਰੂ ਜੀ ਕਹਿ ਰਹੇ ਨੇ, ਕੀ ਨਾ ਸੁਣੀ ਗੋਰੀਏ ਆਪਨ ਕੰਨੀ ਸੋਏ, ਲੱਗੀ ਆਵੈ ਸੌਗਰੈ ਨਿਤ ਨ ਪਈਆਂ ਗੋਏ। ਤੂੰ ਕਿਤੇ ਪੇਕੇ ਘਰ ਥੋੜੀ ਬੈਠੀ ਰਹਿਣਾ। ਵਾਰ-ਵਾਰ ਮਾਂ ਕਹਿੰਦੀ ਹੈ ਨਾ, ਧੀਏ ਗੁਣ ਸਿੱਖ ਲੈ, ਤੂੰ ਇੱਥੇ ਥੋੜਾ ਬੈਠੀ ਰਹਿਣਾ। ਤੇ ਧੀ ਨੂੰ ਇਹ ਹੁੰਦਾ ਵੀ ਮੇਰਾ ਤੇ ਘਰ ਹੀ ਇਹ ਆ, ਮੇਰਾ ਤੇ ਘਰ ਹੀ ਇਹ ਟੌਰ ਆਨੰਦ ਨਾਲ। ਕੋਈ ਗੁਣ ਨਹੀਂ ਸਿੱਖਦੀ, ਉਹਨੂੰ ਇਹੀ ਹੁੰਦਾ। ਕਈ ਬੱਚੀਆਂ ਕਹਿ ਵੀ ਦਿੰਦੀਆਂ ਨਾ ਅੱਜ ਦਾ ਜਿਵੇਂ ਸਮਾਂ, ਵੀ ਮੈਂ ਨਹੀਂ ਜਾਣਾ ਛੱਡ ਕੇ, ਪਰ ਛੱਡ ਕੇ ਤੇ ਜਾਣਾ ਪੈਣਾ, ਛੱਡ ਕੇ ਜਾਣਾ ਪੈਣਾ ਹੈ, ਕਿਉਂਕਿ ਇਹ ਪੇਕਾ ਘਰ ਹੈ, ਸਹੁਰੇ ਘਰ ਜਾਣਾ ਹੀ ਪੈਣਾ। ਜੇ ਅਸੀਂ ਇਹ ਮੰਨ ਲਈਏ ਕਿ ਆ ਦੁਨੀਆ ਅਸੀਂ ਛੱਡ ਕੇ ਨਹੀਂ ਜਾਣੀ, ਆ ਪੇਕਾ ਘਰ ਹੈ ਸਾਰਾ, ਤੇ ਸਾਨੂੰ ਪਤਾ ਹੈ ਕਿ ਮਰਨਾ ਸੱਚ ਹੈ ਤੇ ਜੂਣਾ ਝੂਠ ਹੈ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਮਾਣੀਏ ਜਾਣੀਏ ਨਾ, ਗੱਲ ਵੱਖਰੀ ਹੈ। ਮਾਂ ਦੀ ਗੱਲ, ਪਿਓ ਦੀ ਗੱਲ ਸੁਣੀਏ ਨਾ, ਇਹ ਗੱਲ ਵੱਖਰੀ ਹੈ। ਪਰ ਪਤਾ ਸਾਨੂੰ ਸਾਰਿਆਂ ਨੂੰ ਹੀ ਹੈ ਕਿ ਅਸੀਂ ਮਰ ਜਾਣਾ, ਅਸੀਂ ਚਲੇ ਜਾਣਾ, ਸਾਡੀ ਜ਼ਿੰਦਗੀ ਦੀ ਬਾਜੀ ਖਤਮ ਹੋ ਜਾਣੀ ਹੈ। ਤੇ ਮੈਨੂੰ ਲੱਗਦਾ ਅਸੀਂ ਹਾਰ ਕੇ ਜਾਣੀ ਹੈ ਜੇ ਅਸੀਂ ਨਾ ਸਮਝੇ। ਇਸ ਲਈ ਸਤਿਗੁਰੂ ਜੀ ਅਖੀਰੀ ਪੰਕਤੀਆਂ 'ਚ ਬਖਸ਼ਿਸ਼ ਕਰਦੇ, ਨਾਨਕ ਸੁੱਤੀ ਪਈ ਐ ਜਾਨ ਵਰਤੀ ਸੰਨ। ਕਹਿੰਦੇ ਕਨ ਜਿਹੜੀ ਹੇ ਨਾਨਕ ਪੇਕੇ ਘਰ ਵਿੱਚ ਸੁੱਤੀ ਰਵੇ, ਕੁਝ ਵੀ ਗੱਲ ਸਿੱਖੇ ਜਾਣੇ ਨਾ। ਸਭ ਕਹਿੰਦੇ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਾਨਾ। ਕਹਿੰਦੇ ਫਿਰ ਗੁਣ ਜਿਹੜੇ ਸਿੱਖਣੇ ਸਨ ਉਹ ਤੇ ਗਵਾਈ ਦਿੱਤੇ ਨਾ। ਜਿਹੜੇ ਪੇਕੇ ਘਰ ਵਿੱਚ ਰਹਿ ਕੇ ਗੁਣ ਸਿੱਖਣੇ ਸਨ, ਗੁਣਾ ਗਵਾਈ ਗੰਠੜੀ, ਗੁਣਾ ਦੀ ਗੰਠੜੀ ਤੇ ਗਵਾਈ ਦਿੱਤੀ। ਮਾਂ ਕਹਿੰਦੀ ਰਹੀ ਆਪਣੇ ਪੱਲੇ ਨਾਲ ਆ ਗੁਣ ਬੰਨ ਲੈ, ਮਾਂ ਕਹਿੰਦੀ ਰਹੀ ਆਪਣੇ ਪੱਲੇ ਨਾਲ ਆ ਗੁਣ ਬੰਨ ਲੈ। ਕਿਹੜੇ ਗੁਣ? ਬਾਬਾ ਫਰੀਦ ਸਾਹਿਬ ਜੀ ਸਮਝਾਉਂਦੇ ਇੱਕ ਜਗ੍ਹਾ ਤੇ, ਕਵਨ ਸੋ ਅੱਖਰ ਕਵਨ ਗੁਣ। ਕਿਹੜੇ ਗੁਣ? ਕਵਨ ਸੋ ਅੱਖਰ ਕਵਨ ਗੁਣ। ਕਵਨ ਸੋ ਮਣੀਆਂ ਮੰਤ, ਕਵਨ ਸੋ ਵੇਸੋ ਹੂੰ ਕਰੀ ਜਿਤ ਵਸ ਆਵੈ ਕੰਤ। ਕਿ ਕਿਹੜੇ ਗੁਣ ਅਪਣਾਵਾਂ ਜਿਹਦੇ ਨਾਲ ਮੈਨੂੰ ਆਪਣੇ ਸਹੁਰੇ ਘਰ ਦੇ ਅੰਦਰ ਖੁਸ਼ੀ ਮਿਲੇ, ਆਨੰਦ ਮਿਲੇ। ਤੇ ਬਾਬਾ ਫਰੀਦ ਸਾਹਿਬ ਜੀ ਫਿਰ ਜਵਾਬ ਦਿੰਦੇ ਇਸ ਪ੍ਰਸ਼ਨ ਦਾ, ਕਹਿੰਦੇ ਨਿਮਨ ਸੋ ਅੱਖਰ ਖਵਨ ਗੁਣ। ਤੈਨੂੰ ਨਿਆਉਣਾ ਆਉਣਾ ਚਾਹੀਦਾ, ਖਿਮਾ ਵਾਲਾ ਤੇਰੇ ਕੋਲ ਗੁਣ ਹੋਣਾ ਚਾਹੀਦਾ। ਜਿਹਬਾ ਮਣੀਆਂ ਮੰਤ, ਜਿਹਬਾ ਤੂੰ ਮਿੱਠਾ ਬੋਲਣਾ। ਨਿਮਨ ਸੋ ਅੱਖਰ ਖਵਨ ਗੁਣ, ਜਿਹਬਾ ਮਣੀਆਂ ਮੰਤ। ਇਹ ਤਰਾ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਆ ਤਿੰਨ ਗੁਣ ਆਪਣੇ ਪੱਲੇ ਨਾਲ ਬੰਨ ਲੈ ਤੇ ਤੈਨੂੰ ਫਿਰ ਸਹੁਰੇ ਘਰ ਦੇ ਅੰਦਰ ਖੁਸ਼ੀ ਹੀ ਖੁਸ਼ੀ ਮਿਲੇਗੀ, ਆਨੰਦ ਹੀ ਆਨੰਦ ਮਿਲੇਗਾ। ਪਰ ਆ ਤਿੰਨ ਗੁਣ ਸਾਡੇ ਪੱਲੇ ਨਹੀਂ, ਨਾ ਸਾਡੇ ਕੋਲ ਖਿਮਾ ਹੈ, ਨਾ ਸਾਨੂੰ ਨਿਆਉਣਾ ਆਉਂਦਾ। ਆਕੜ ਕੇ ਤੁਰਦੇ ਆ, ਆਕੜ ਕੇ ਰਹਿੰਦੇ ਆ। ਤੇ ਫਿਰ ਜੀਵਾ ਤੇ ਸਾਡੀ ਮਿਠਾਸ ਹੀ ਕੋਈ ਨਹੀਂ। ਜਿਹਨੂੰ ਬੋਲਣਾ ਪੁੱਠੇ ਸਿੱਧੇ ਹੀ ਬੋਲਣਾ। ਇਸ ਲਈ ਸਤਿਗੁਰੂ ਜੀ ਕਹਿੰਦੇ ਤਿੰਨ ਗੁਣ ਪੱਲੇ ਬੰਨ, ਤੈਨੂੰ ਸਹੁਰੇ ਘਰ ਦੀ ਹਰੇਕ ਖੁਸ਼ੀ ਮਿਲੇਗੀ। ਤੇ ਸਾਹਿਬ ਕਹਿੰਦੇ ਜੇ ਸੁੱਤੀ ਰਹੀ
रैन गवाई सोए कै दिवस गवाया, खाए हीरे जैसा जन्म है कौडी बदले, जाए जे सुती रही ते फिर गुण नहीं पल्ले पैना, फिर ते गुणा दी गंठड़ी गवा देनी है। इसलिए गुणा गवाई गंठड़ी अवगन चली बन, औगन बन के नाल लैके जाएंगी ते तेनू सौरे घर दे अंदर खुशी नहीं मिलनी। सतगुरु कृपा करन समय दी संपन्नता है, बेअंत प्रकार दी गलतियां दी खिमा आप गुरु रूप संगत साहब सच्चे पातशाह बख्शन जो। क्योंकि सतगुरु जी कहंदे आ गुणा तो बिना साझ नहीं, दुख की पंडा खुलियां सुख ना निकलियो, कोई दुख विच जियो जलाया दुखिया चलिया रोए। दुख की दुख ने साडी जिंदगी च ते रब दे घर भी जदों साडी पंड खुलनी है उहदे विचों दुख ही निकलने, कण सुख कोई नहीं निकलना। इसलिए सुख जे प्राप्त करना चाहुंदे आ ते गुरु नाल जुड़िए।